Hello everyone, welcome to Victor's Knowledge. This is Chinu Sharma, and today we are going to take up another important lecture that is on malnutrition for the upcoming exam of Anganwadi Supervisor. So ਜਿਹੜਾ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਦਾ ਇੰਪੋਰਟੈਂਟ ਪਾਰਟ ਹੈ ਆਪਾਂ ਇਹਦੇ ਸਾਰੇ ਲੈਕਚਰਸ ਇਹਨਾਂ ਦੀ ਥਿਊਰੀ ਬਹੁਤ ਚੰਗੀ ਤਰ੍ਹਾਂ ਡੀਪਲੀ ਕਵਰ ਕਰਾਂਗੇ ਸੋ ਅੱਜ ਆਪਾਂ ਇਸ ਲੈਕਚਰ ਦੇ ਅੰਦਰ ਦੇਖਾਂਗੇ ਮਾਲ ਨਿਊਟ੍ਰੀਸ਼ਨ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਮਾਲ ਨਿਊਟ੍ਰੀਸ਼ਨ ਦੇ ਮਤਲਬ ਦੇ ਨਾਲ ਸੋ ਬਹੁਤ ਹੀ ਸਿੰਪਲ ਜਿਹਾ ਮਤਲਬ ਹੈ ਮਾਲ ਨਿਊਟ੍ਰੀਸ਼ਨ ਦਾ ਮਤਲਬ ਹੈ ਜਿਹੜੇ ਆਪਣੀ ਬਾਡੀ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਨਿਊਟ੍ਰੀਐਂਟ ਚਾਹੀਦੇ ਨੇ ਵਿਟਾਮਿਨ ਮਿਨਰਲ ਚਾਹੀਦੇ ਨੇ ਉਹਨਾਂ ਦੀ ਮਾਤਰਾ ਜਾਂ ਤਾਂ ਬਹੁਤ ਜ਼ਿਆਦਾ ਘੱਟ ਹੋਵੇ ਜਾਂ ਫਿਰ ਬਹੁਤ ਜ਼ਿਆਦਾ ਹੋਵੇ ਸੋ ਟੂ ਮਚ ਔਰ ਟੂ ਲਿਟਲ ਮਾਲ ਨਿਊਟ੍ਰੀਸ਼ਨ ਦਾ ਸਿਰਫ ਇਹ ਮਤਲਬ ਨਹੀਂ ਹੈ ਕਿ ਤੁਹਾਡੇ ਅੰਦਰ ਘੱਟ ਨਿਊਟ੍ਰੀਐਂਟਸ ਨੇ ਇਹਦਾ ਇਹ ਮਤਲਬ ਹੈ ਕਿ ਸਹੀ ਮਾਤਰਾ ਦੇ ਵਿੱਚ ਨਿਊਟ੍ਰੀਐਂਟਸ ਨਹੀਂ ਜਾ ਰਹੇ ਤੁਹਾਡੀ ਬਾਡੀ ਨੂੰ ਜਿੰਨੀ ਲਿਮਿਟ ਦੇ ਜਿੰਨੀ ਪਰਸੈਂਟੇਜ ਦੇ ਪੋਰਸ਼ਨ ਦੇ ਫੈਟਸ ਚਾਹੀਦੇ ਕਾਰਬੋਹਾਈਡਰੇਟ ਪ੍ਰੋਟੀਨ ਸੋ ਤੁਹਾਨੂੰ ਉਹ ਸਹੀ ਮਾਤਰਾ ਵਿੱਚ ਨਹੀਂ ਮਿਲ ਰਹੇ ਦੈਨ ਜੇ ਆਪਾਂ ਘੱਟ ਦੀ ਗੱਲ ਕਰੀਏ ਟੂ ਲਿਟਲ ਸੋ ਜਿਹੜੀ ਇਹ ਪ੍ਰੋਬਲਮ ਹੈ ਇਹ ਇੰਡੀਆ ਦੇ ਵਿੱਚ ਜਿਹੜੇ ਪੂਅਰ ਲੋਕ ਨੇ ਉਹਨਾਂ ਵਿੱਚ ਬਹੁਤ ਜ਼ਿਆਦਾ ਕਾਮਨ ਹੈ ਕਿਉਂਕਿ ਉਹਨਾਂ ਨੂੰ ਸਹੀ ਨਿਊਟ੍ਰੀਸ਼ੀਅਸ ਫੂਡ ਨਹੀਂ ਮਿਲਦਾ ਸੋ ਉਹਨਾਂ ਵਿੱਚ ਨਿਊਟ੍ਰੀਐਂਟਸ ਦੀ ਕਮੀ ਆ ਜਾਂਦੀ ਹੈ ਸੋ ਜਿਹੜੀ ਕਮੀ ਵਾਲੀ ਸਿਚੁਏਸ਼ਨ ਹੈ ਟੂ ਲਿਟਲ ਆਫ ਸਰਟਨ ਨਿਊਟ੍ਰੀਐਂਟਸ ਇਹਨੂੰ ਆਪਾਂ ਕਹਿੰਦੇ ਆ ਅੰਡਰ ਨਿਊਟ੍ਰੀਸ਼ਨ so undernutrition occurs when they lack nutrient because they eat too little food overall so ਜਦੋਂ ਖਾਣ ਲਈ ਘੱਟ ਖਾਣਾ ਮਿਲੂਗਾ ਤਾਂ ਆਪਾਂ ਨੂੰ ਪਤਾ ਹੈ ਕਿ ਨਿਊਟ੍ਰੀਐਂਟ ਸਾਰੇ ਆਪਣੇ ਖਾਣੇ ਦੇ ਥਰੂ ਹੀ ਜਾਂਦੇ ਨੇ ਸੋ ਜਦੋਂ ਆਪਾਂ ਨੂੰ ਖਾਣ ਲਈ ਘੱਟ ਫੂਡ ਮਿਲੂਗਾ ਤਾਂ ਆਪਣੀ ਬਾਡੀ ਨੂੰ ਜੋ ਵੀ ਪ੍ਰੋਪਰ ਡਿਵੈਲਪਮੈਂਟ ਦੇ ਲਈ ਨਿਊਟ੍ਰੀਐਂਟਸ ਚਾਹੀਦੇ ਨੇ ਉਹਨਾਂ ਦੀ ਕਮੀ ਹੋ ਜੂ ਸੋ ਤੁਸੀਂ ਉਰੋਂ ਸਭ ਤੋਂ ਪਹਿਲਾਂ ਤਾਂ ਇੱਕ ਡਿਫਰੈਂਸ ਦਿਮਾਗ ਦੇ ਵਿੱਚ ਬਿਠਾ ਲੈਣਾ ਹੈ ਵੀ ਮਾਲ ਨਿਊਟ੍ਰੀਸ਼ਨ ਤੇ ਅੰਡਰ ਨਿਊਟ੍ਰੀਸ਼ਨ ਇਹ ਦੋਨੋਂ ਅਲੱਗ-ਅਲੱਗ ਮਤਲਬ ਦੀਆਂ ਟਰਮਸ ਨੇ A person with undernutrition may lack vitamin, mineral, other essential substances that their body needs to function. So malnutrition ਦੇ ਨਾਲ ਕੀ ਹੋ ਸਕਦਾ ਹੈ? So generally short ਤੇ long term health problem, slow recovery from wounds, illness, high risk of infection, difficult focus at school work. So mainly ਬੱਚਿਆਂ ਦੇ ਵਿੱਚ ਜਿਹੜੇ ਬੱਚਿਆਂ ਨੂੰ ਸਹੀ ਪੋਸ਼ਣ ਦੀ ਸਹੀ ਮਾਤਰਾ ਦੇ ਵਿੱਚ ਨਿਊਟ੍ਰੀਐਂਟਸ ਡਾਈਟ ਨਹੀਂ ਮਿਲੂਗੀ ਕੋਈ ਉਹਨਾਂ ਨੂੰ ਨਿਊਟ੍ਰੀਸ਼ੀਅਸ ਫੂਡ ਨਹੀਂ ਮਿਲੂਗਾ ਉਹ ਬੱਚੇ ਕੀ ਕਰਨਗੇ ਟਾਇਰਡ ਫੀਲ ਕਰਨਗੇ ਬਿਮਾਰ ਰਹਿਣਗੇ ਸਕੂਲ ਦੇ ਵਿੱਚ ਜਾਂ ਤਾਂ ਘੱਟ ਜਾਣਗੇ ਜਾਂ ਫਿਰ ਉਹ ਉੱਥੇ ਜੇ ਜਾਣਗੇ ਵੀ ਤਾਂ ਪ੍ਰੋਪਰ ਕੰਸੈਂਟਰੇਸ਼ਨ ਦੇ ਨਾਲ ਪੂਰਾ ਆਪਣਾ 100% ਦੇ ਕੇ ਪੂਰੀ ਐਨਰਜੈਟਿਕਲੀ ਪੜ੍ਹਾਈ ਨਹੀਂ ਕਰ ਪਾਉਣਗੇ ਸੋ ਕੁਝ ਸਾਈਨਸ ਨੇ ਸਿੰਪਟਮਸ ਨੇ ਜਿਨ੍ਹਾਂ ਨੂੰ ਦੇਖ ਕੇ ਆਪਾਂ ਨੂੰ ਪਤਾ ਚੱਲਦਾ ਵੀ ਕਿਸੇ ਪਰਸਨ ਦੇ ਅੰਦਰ ਚਾਹੇ ਕੋਈ ਬੱਚਾ ਹੈ ਚਾਹੇ ਕੋਈ ਵੱਡਾ ਹੈ ਉਹਦੇ ਅੰਦਰ ਕੋਈ ਮਾਲ ਨਿਊਟ੍ਰੀਸ਼ਨ ਹੈ ਕੋਈ ਜਿਹੜੇ ਨਿਊਟ੍ਰੀਐਂਟਸ ਨੇ ਸਹੀ ਮਾਤਰਾ ਦੇ ਅੰਦਰ ਬਾਡੀ 'ਚ ਨਹੀਂ ਜਾ ਰਹੀ ਸਭ ਤੋਂ ਪਹਿਲਾਂ ਆਪਾਂ ਹੁਣ ਉਰੇ ਦੇਖ ਲੈਂਦੇ ਆ ਵੀ ਨਾਰਮਲੀ ਐਡਲਟਸ ਜਾਂ ਜਿਹੜੇ ਵੱਡੀ ਉਮਰ ਦੇ ਇਨਸਾਨ ਹੈ ਪਰਸਨ ਹੈ ਉਹਨਾਂ ਦੇ ਵਿੱਚ ਕਿਹੜੇ ਸਿੰਪਟਮਸ ਨੇ ਫਿਰ ਆਪਾਂ ਚਿਲਡਰਨ ਦੇ ਜਿਹੜੇ ਸਿੰਪਟਮਸ ਨੇ ਕਿਉਂਕਿ ਜਿਹੜਾ ਆਪਣਾ ਪੂਰਾ ਟੌਪਿਕ ਹੈ ਚਾਈਲਡ ਡਿਵੈਲਪਮੈਂਟ ਦਾ ਇਹ ਬਾਰ-ਬਾਰ ਚਿਲਡਰਨ ਉੱਤੇ ਮੇਜਰਲੀ ਫੋਕਸ ਕਰ ਰਿਹਾ ਹੈ ਕਿਉਂਕਿ ਜਿਹੜੀ ਇਹ ਪੋਜੀਸ਼ਨ ਹੈ ਇਹ ਪੋਸਟ ਹੈ ਐਗਜ਼ਾਮ ਹੈ ਸੁਪਰਵਾਈਜ਼ਰ ਦੀ ਇਹ ਵੀ ਮੇਜਰਲੀ ਸਿਰਫ ਔਰ ਸਿਰਫ ਚਾਈਲਡ ਡਿਵੈਲਪਮੈਂਟ ਆਂਗਨਵਾੜੀਜ਼ ਦੇ ਵਿੱਚ ਜਿਹੜੀ ਬੱਚਿਆਂ ਨੂੰ ਪ੍ਰੋਪਰ ਨਿਊਟ੍ਰੀਸ਼ੀਅਸ ਡਾਈਟ ਮਿਲਦੀ ਹੈ ਉਹਨਾਂ ਦੀ ਪ੍ਰੀ ਸਕੂਲਿੰਗ ਹੁੰਦੀ ਹੈ ਉਹਦੇ ਨਾਲ ਰਿਲੇਟਡ ਹੈ ਸੋ ਆਪਾਂ ਨੇ ਜਿਹੜੇ ਚਿਲਡਰਨ ਦੇ ਸਿੰਪਟਮਸ ਨੇ ਮਾਲ ਨਿਊਟ੍ਰੀਸ਼ਨ ਦੇ ਉਹ ਅਲੱਗ ਤੋਂ ਕਵਰ ਕਰਨੇ ਨੇ ਸੋ ਪਹਿਲਾਂ ਹੁਣ ਆਪਾਂ ਦੇਖ ਲੈਂਦੇ ਹਾਂ ਸਿੰਪਟਮਸ ਮਾਲ ਨਿਊਟ੍ਰੀਸ਼ਨ ਦੇ a lack of appetite interest in food drink ਖਾਣ ਦਾ ਦਿਲ ਨਾ ਕਰੇ tiredness ਥਕਾਵਟ inability to concentrate ਚਾਹੇ ਕੋਈ ਕੰਮ ਹੈ ਕੋਈ ਪੜ੍ਹਾਈ ਹੈ always feeling cold depression ਠੰਡ ਲੱਗਣੀ stress feel ਕਰਨਾ loss of fat muscle mass body tissue then high risk of getting sick ਬਾਰ-ਬਾਰ ਬਿਮਾਰ ਹੋਣਾ ਜਾਂ ਜੇ ਕੋਈ ਬਿਮਾਰ ਹੋ ਗਏ ਕੋਈ ਸੱਟ ਲੱਗ ਗਈ ਉਹਨੂੰ ਠੀਕ ਹੋਣ ਦੇ ਲਈ ਬਹੁਤ ਜ਼ਿਆਦਾ ਸਮਾਂ ਲੱਗਣਾ taking longer to heal longer healing time for wound, higher risk of complication after surgery. Eventually, a person may also experience so high risk problems ਵੀ ਆ ਸਕਦੀਆਂ ਨੇ malnutrition ਕਰਕੇ breathing difficulty, heart failure. So ਹੁਣ ਆਪਾਂ ਗੱਲ ਕਰਾਂਗੇ ਬੱਚਿਆਂ ਦੀ children. Lack of growth, low body weight, tiredness, lack of energy, irritability, anxiety, low behavioral, intellectual development, possibly resulting in learning difficulties. Treatment is possible. In some cases, malnutrition can have long-term effect.
ਸੋ ਹੁਣ ਜਿਹੜਾ ਇਹ ਚਾਰਟ ਹੈ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਇਸ ਪੂਰੇ ਲੈਕਚਰ ਦਾ, ਕਿਉਂਕਿ ਕੋਈ ਵੀ ਐਗਜ਼ਾਮ ਹੈ ਚਾਹੇ ਤੁਸੀਂ ਜਨਰਲ ਸਾਇੰਸ ਦਾ ਪੋਰਸ਼ਨ ਦੇਖ ਲਓ, ਸਟੈਟਿਕ ਜੀਕੇ, ਜਾਂ ਫਿਰ ਹੁਣ ਇਹ ਟੌਪਿਕ ਤਾਂ ਆਪਣਾ ਪਾਰਟਿਕੂਲਰ ਹੈ ਹੀ ਇਸ ਉੱਪਰ ਡੈਫੀਸ਼ੀਐਂਸੀਜ਼, ਵੀ ਜਿਹੜੀ ਮਾਲ ਨਿਊਟ੍ਰੀਸ਼ਨ ਹੈ ਬੋਡੀ ਦੇ ਅੰਦਰ ਕਿਹੜੇ ਨਿਊਟ੍ਰੀਐਂਟਸ ਦੀ, ਵਿਟਾਮਿਨ ਮਿਨਰਲਸ ਦੀ ਕਮੀ ਕਰਕੇ ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ, ਤੇ ਉਹ ਜਿਹੜੇ ਡੈਫੀਸ਼ੀਐਂਸੀ ਹੈ ਉਹਨੂੰ ਦੂਰ ਕਰਨ ਦੇ ਲਈ ਆਪਾਂ ਆਪਣੇ ਫੂਡ ਦੇ ਵਿੱਚ, ਖਾਣੇ ਵਿੱਚ ਕੀ ਲੈ ਸਕਦੇ ਆ, ਕਿਹੜੀ ਆਪਾਂ ਜਿਹੜੀ ਵੈਜੀਟੇਬਲ ਹੈ, ਪਲਾਂਟਸ ਹੈ, ਜਾਂ ਕੋਈ ਆਪਾਂ ਜਿਵੇਂ ਮੀਟ ਤੋਂ, ਐਗਸ ਤੋਂ ਕੀ ਮਿਲਦਾ, ਕਿਹੜੇ ਮਿਨਰਲਸ ਮਿਲਦੇ ਨੇ, ਫੈਟ ਮਿਲਦਾ, ਪ੍ਰੋਟੀਨ ਮਿਲਦਾ। ਸੋ ਹੁਣ ਆਪਾਂ ਉਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ ਵੀ ਕਿਹੜੇ ਵਿਟਾਮਿਨਸ, ਕਿਹੜੇ ਮਿਨਰਲਸ ਤੇ ਉਹਨਾਂ ਦੇ ਨਾਲ ਡੈਫੀਸ਼ੀਐਂਸੀ, ਡਿਸੀਜ਼, ਬਾਡੀ ਦੇ ਵਿੱਚ ਪ੍ਰੋਬਲਮ ਕੀ ਆਉਂਦੀ ਆ, ਤੇ ਨਾਲ ਉਹ ਆਪਾਂ ਨੂੰ ਕਿੱਥੋਂ ਅਵੇਲੇਬਲ ਹੁੰਦੇ ਨੇ, ਆਪਾਂ ਕਿਹੜੀ ਡਾਈਟ ਲੈ ਸਕਦੇ ਆ ਉਹ ਡੈਫੀਸ਼ੀਐਂਸੀ ਨੂੰ ਦੂਰ ਕਰਨ ਦੇ ਲਈ। ਸੋ ਇਹ ਪੂਰਾ ਓਵਰਆਲ ਚਾਰਟ ਆਪਾਂ ਨੂੰ ਮਾਲ ਨਿਊਟ੍ਰੀਸ਼ਨ ਦੀ ਪ੍ਰੋਬਲਮ ਤੋਂ ਦੂਰ ਕਰੂਗਾ। ਸਭ ਤੋਂ ਪਹਿਲਾਂ ਵਿਟਾਮਿਨ ਏ, ਰੈਟੀਨੋਲ, ਇਹਦੇ ਨਾਲ, ਇਹਦੀ ਕਮੀ ਦੇ ਨਾਲ ਨਾਈਟ ਬਲਾਈਂਡਨੈਸ, ਪੂਅਰ ਵਿਜ਼ਨ, ਤੇ ਇਹਨੂੰ ਦੂਰ ਕਰਨ ਦੇ ਲਈ ਆਪਾਂ ਕੀ ਖਾ ਸਕਦੇ ਆ, ਸਪਿਨਚ, ਕੈਰਟ, ਮੈਂਗੋਜ਼, ਬਟਰ। ਵਿਟਾਮਿਨ ਬੀ, ਕਈ ਵਾਰੀ ਐਗਜ਼ਾਮ ਵਿੱਚ ਜਿਹੜੇ ਵਿਟਾਮਿਨਸ ਦੇ ਨਾਮ ਨੇ ਇਹ ਵੀ ਐਜ਼ ਇਟ ਇਜ਼ ਆਉਂਦੇ ਨੇ, ਸੋ ਆਪਾਂ ਨੇ ਇਹ ਜਿਹੜੇ ਬ੍ਰੈਕਟਸ ਦੇ ਵਿੱਚ ਨਾਮ ਨੇ ਪਾਰਟਿਕੂਲਰ, ਇਹ ਬਿਲਕੁਲ ਮਿਸ ਨਹੀਂ ਕਰਨੀ। ਸੋ B1 ਥਾਇਮਾਈਨ, ਇਹਦੇ ਨਾਲ ਬੈਰੀ ਐਕਸਟ੍ਰੀਮ ਵੀਕਨੈਸ, ਤੇ ਇਹ ਆਪਾਂ ਨੂੰ ਮਿਲਦੀ ਹੈ eggs, meat, yeast, mushroom, tomatoes. Then vitamin B2, riboflavin, retarded growth, bad skin, green leafy vegetable, milk, yogurt, egg. Vitamin B3, niacin, diarrhea, dementia, mushroom, peanut, almond, lentil, barley. Vitamin B7 और vitamin H, biotin. So ये भी important तुसी याद रखना है। Dermatitis, hair loss, vitamin B12, anemia, fortified cereal, vitamin C, ascorbic acid, scurvy, swelling of gums, vitamin D, calciferol, rickets, briquette bones, then vitamin E, tocopherol, less fertility, vitamin K। ਸੋ ਇਹ ਐਗਜ਼ਾਮ ਦੇ ਵਿੱਚ ਸਭ ਤੋਂ ਜ਼ਿਆਦਾ ਰਿਪੀਟ ਹੋਣ ਵਾਲਾ ਕੁਐਸਚਨ ਹੈ ਵਿਟਾਮਿਨ K, ਤੇ ਇਹਦੀ ਡੈਫੀਸ਼ੀਐਂਸੀ ਨਾਲ ਹੁੰਦਾ ਹੈ ਨਾਨ ਕਲੌਟਿੰਗ ਆਫ ਬਲੱਡ, ਤੇ ਇਹ ਆਪਾਂ ਨੂੰ ਕਿੱਥੋਂ ਮਿਲਦੀ ਹੈ, ਗ੍ਰੀਨ ਲੀਫੀ ਵੈਜੀਟੇਬਲ ਤੇ ਕੈਰਟਸ। ਨੈਕਸਟ ਇਜ਼ ਮਿਨਰਲ। ਸੋ ਮਿਨਰਲਸ ਦੇ ਵਿੱਚ ਕੈਲਸ਼ੀਅਮ, ਇਹਦੇ ਨਾਲ ਬ੍ਰਿਟਲ ਬੋਨਸ, ਟੂਥ ਡਿਕੇ, phosphorus, bad teeth, bones, iodine, goiter, then potassium, cardiac arrest, copper, low appetite, retarded growth. So copper मिलती है pulses ते leafy vegetable तो। And next, very important, iron, anemia, lack of RBC, almond, date, green leafy vegetable and raisin. ਸੋ ਹੁਣ ਆਪਾਂ ਕੁਝ ਮੇਜਰ ਕਾਰਨ ਦੇਖਾਂਗੇ, ਰੀਜ਼ਨਸ, ਕਾਜ਼ਸ ਦੇਖਾਂਗੇ ਮਾਲ ਨਿਊਟ੍ਰੀਸ਼ਨ ਦੇ। ਸਭ ਤੋਂ ਪਹਿਲਾ ਬੇਸਿਕ ਤੇ ਇੰਪੋਰਟੈਂਟ ਕਾਰਨ ਹੈ ਘੱਟ ਮਾਤਰਾ ਦੇ ਵਿੱਚ ਫੂਡ ਆਪਣੀ ਬਾਡੀ 'ਚ ਜਾਣਾ। ਸੋ ਇਹ ਤਾਂ ਬਹੁਤ ਹੀ ਸਿੰਪਲ ਸਿੱਧੀ ਜੀ ਗੱਲ ਹੈ ਵੀ ਜੇ ਆਪਣੇ ਨਿਊਟ੍ਰੀਐਂਟਸ ਫੂਡ ਦੇ ਥਰੂ ਅੰਦਰ ਜਾਂਦੇ ਨੇ, ਸੋ ਜੇ ਆਪਾਂ ਫੂਡ ਹੀ ਨਹੀਂ ਪ੍ਰੋਪਰ ਲਵਾਂਗੇ, ਪ੍ਰੋਪਰ ਨਿਊਟ੍ਰੀਸ਼ੀਅਸ ਡਾਈਟ ਨਹੀਂ ਲਵਾਂਗੇ, ਬੈਲੈਂਸ ਡਾਈਟ ਨਹੀਂ ਲਵਾਂਗੇ, ਤਾਂ ਆਪਣੀ ਬਾਡੀ ਦੇ ਵਿੱਚ ਮਾਲ ਨਿਊਟ੍ਰੀਸ਼ਨ ਦੀ ਪ੍ਰੋਬਲਮ ਆਊਗੀ। So some people develop malnutrition because there is not enough food available or because they have difficulty eating. This can happen as a cause of cancer, liver disease. So malnutrition ਦਾ ਸਿਰਫ ਇਹ ਮਤਲਬ ਨਹੀਂ ਹੈ ਕਿ ਤੁਸੀਂ ਗਰੀਬ ਹੋ ਤਾਂ ਤੁਹਾਡੇ 'ਚ malnutrition ਹੋਊਗੀ। ਕਈ ਵਾਰੀ ਬਹੁਤ ਸਾਰੇ ਇਹੋ ਜਿਹੇ ਲੋਕ ਨੇ, ਸਪੈਸ਼ਲੀ 올ਡ ਏਜ ਪੀਪਲ, ਜਿਨ੍ਹਾਂ ਨੂੰ ਕੋਈ ਬਹੁਤ ਹਾਈ ਰਿਸਕ ਬਿਮਾਰੀਆਂ ਹੋ ਜਾਂਦੀਆਂ ਨੇ, ਕੈਂਸਰ ਹੋ ਜਾਂਦਾ, ਲਿਵਰ ਡਿਸੀਜ਼। ਸੋ ਏਦਾਂ ਦੀਆਂ ਬਿਮਾਰੀਆਂ ਕਰਕੇ ਤੁਸੀਂ ਸੁਣਿਆ ਹੋਊਗਾ ਫੂਡ ਪਾਈਪ ਦਾ ਕੈਂਸਰ। ਸੋ ਉਹਦੇ ਨਾਲ ਕੀ ਹੈ ਕਿ ਡਾਇਰੈਕਟਲੀ ਸੋਲਿਡ ਫੂਡ ਜਦੋਂ ਅੰਦਰ ਨਹੀਂ ਜਾਂਦਾ, ਸਿਰਫ ਲਿਕੁਇਡ ਜਾਂਦਾ, ਤਾਂ ਉਹ ਆਪਣੀ ਬਾਡੀ ਦੇ ਅੰਦਰ ਜਿਹੜੇ ਨਿਊਟ੍ਰੀਐਂਟਸ ਨੇ ਉਹਨਾਂ ਦੀ ਜਿੰਨੀ ਲਿਮਿਟ ਚਾਹੀਦੀ ਆ ਉਹਨੂੰ ਪੂਰਾ ਨਹੀਂ ਕਰ ਪਾਉਂਦੇ। ਸੋ ਜਦੋਂ ਏਦਾਂ ਦੀਆਂ ਡੈਡਲੀ ਡਿਸੀਜ਼ਿਸ ਦੇ ਵਿੱਚ ਜਿਹੜੇ ਲੋਕ ਹੁੰਦੇ ਨੇ, ਉਹਨਾਂ ਨੂੰ ਵੀ ਜਦੋਂ ਲੋ ਇਨਟੇਕ ਜਾਂਦਾ ਫੂਡ ਦਾ ਅੰਦਰ, ਘੱਟ ਮਾਤਰਾ 'ਚ ਖਾਣਾ ਜਾਂਦਾ, ਤਾਂ ਉਹਨਾਂ ਨੂੰ ਵੀ ਮਾਲ ਨਿਊਟ੍ਰੀਸ਼ਨ ਦੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ। Next, mental health condition. Undernutrition, malnutrition can affect people with depression, dementia, schizophrenia, then nervosa. So ਜਿਹੜੇ ਲੋਕ ਏਦਾਂ ਦੀਆਂ ਬਿਮਾਰੀਆਂ ਤੋਂ ਕਰਦੇ ਨੇ ਡੀਲ, ਕਈ ਵਾਰੀ ਕੀ ਹੈ ਜਿਵੇਂ ਡਿਪਰੈਸ਼ਨ ਵਗੈਰਾ 'ਚ malnutrition ਕਿਵੇਂ ਹੁੰਦੀ ਹੈ, ਲੋਕ ਐਕਸਟਰਾ ਖਾਂਦੇ ਨੇ ਜਿੰਨੀ ਉਹਨਾਂ ਨੂੰ ਲੋੜ ਹੈ। ਸਟ੍ਰੈਸ ਵਿੱਚ ਆ ਕੇ ਤੁਸੀਂ ਦੇਖਿਆ ਹੋਊਗਾ ਬਹੁਤ ਲੋਕ ਨੇ ਜਿਹੜੇ ਓਵਰ ਈਟਿੰਗ ਕਰਦੇ ਨੇ, ਸੋ ਓਬੈਸਿਟੀ ਦਾ ਉਹਨਾਂ ਨੂੰ ਫਿਰ ਫੇਸ ਕਰਨਾ ਪੈਂਦਾ ਹੈ।
ਸੋ ਇਹ ਵੀ ਸਾਰੇ ਮਾਲ ਨਿਊਟ੍ਰੀਸ਼ਨ ਦੀ ਕੈਟੇਗਰੀ ਚ ਆਉਂਦੇ ਨੇ। ਪਰ ਕੁਝ ਲੋਕ ਡਿਮੈਂਸ਼ੀਆ, ਸਾਈਜ਼ੋਫਰੇਨੀਆ ਘੱਟ ਖਾਂਦੇ ਨੇ ਤਾਂ ਉਹ ਫੇਸ ਕਰਦੇ ਨੇ ਅੰਡਰ ਨਿਊਟ੍ਰੀਸ਼ਨ ਨੂੰ। Then social and mobility problem. So being unable to leave the house or reach a store to buy food, finding it physically difficulty to prepare meals, so ਕੋਈ handicap ਨੇ, disable ਨੇ, ਉਹ proper time to time ਖਾਣਾ ਨਹੀਂ ਤਿਆਰ ਕਰ ਪਾਉਂਦੇ, ਸੋ ਉਹਨਾਂ ਨੂੰ ਜਿਹੜੀ ਵੀ ਚੀਜ਼ ਮਿਲਦੀ ਹੈ ਆਪਣੀ ਲਿਵਿੰਗ ਦੇ ਲਈ ਥੋੜਾ ਬਹੁਤ ਖਾ ਲੈਂਦੇ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ proper nutrients ਅੰਦਰ ਨਹੀਂ ਜਾਂਦੇ body ਦੇ, ਤੇ ਉਹਨਾਂ ਨੂੰ ultimately malnutrition ਦਾ ਸਾਹਮਣਾ ਕਰਨਾ ਪੈਂਦਾ ਹੈ। Then living alone, which can affect a person's motivation, ਸੋ ਕੋਈ working people ਨੇ, ਕੰਮ ਕਰਦੇ ਨੇ, ਬਾਹਰ ਰਹਿੰਦੇ ਨੇ, ਉਹ ਕੀ ਕਰਦੇ ਨੇ, ਇਕੱਲੇ ਹੁੰਦੇ ਨੇ, ਸੋ ਆਪਾਂ ਨੇ ਕਾਫੀ ਵਾਰੀ ਸੁਣਿਆ ਕਿ ਇਕੱਲੇ ਬੰਦੇ ਦਾ ਆਪਦੇ ਲਈ ਬਣਾਉਣ ਦਾ ਜੀ ਨਹੀਂ ਕਰਦਾ, ਸੋ ਉਹਦੇ ਨਾਲ ਵੀ ਕਿਤੇ ਨਾ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਸੋਸ਼ਲ ਪ੍ਰੋਬਲਮ ਇਹ ਆ ਜਾਂਦੀ ਹੈ, ਜਿਹਦੇ ਕਰਕੇ ਇਨਸਾਨ ਘੱਟ ਮਾਤਰਾ 'ਚ ਫੂਡ ਅੰਦਰ ਇਨਟੇਕ ਕਰਦਾ ਹੈ। Then having limited cooking skill, ਕਿਸੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ, ਸੋ ਬਾਹਰੋਂ ਉਹਨੂੰ ਜੋ ਮਿਲਦਾ ਹੈ ਬ੍ਰੈਡ ਵਗੈਰਾ ਉਹ ਖਾ ਲੈਂਦਾ, ਕੋਈ ਸਨੈਕਸ ਖਾ ਲੇ, ਪਰ ਉਹ ਹੈਲਦੀ ਨਹੀਂ ਹੈ, ਉਹਨਾਂ ਦੇ ਨਾਲ ਕੀ ਹੈ, ਨਿਊਟ੍ਰੀਐਂਟਸ ਅੰਦਰ ਨਹੀਂ ਜਾਂਦੇ। Then not having enough money to spend on food, ਸੋ ਇਹ ਤਾਂ ਬਹੁਤ ਹੀ common problem ਹੈ ਸਪੈਸ਼ਲੀ ਪੂਅਰ ਪੀਪਲ ਦੀ। Then digestive disorder, ਕਈਆਂ ਦੇ stomach digestion ਇੰਨੀ ਵਧੀਆ ਨਹੀਂ ਹੁੰਦੀ, ਸੋ ਜਦੋਂ digest ਨਹੀਂ ਕਰ ਪਾਉਂਦੇ ਤਾਂ ਉਹਨਾਂ ਦਾ ਦਿਲ ਨਹੀਂ ਕਰਦਾ, ਉਹ ਘੱਟ ਖਾਂਦੇ ਨੇ, ਤੇ ultimately ਉਹ ਲੀਡ ਕਰਦਾ ਹੈ malnutrition ਨੂੰ। Then alcohol use disorder, consuming a lot of alcohol can lead to gastritis, a long-term damage to pancreas. These issues can make it hard to digest food, absorb vitamin, produce hormones that regulate metabolism. Alcohol also contains calories, so a person may not feel hungry after drinking it. So this is very important line, ਤੇ ਇਹੀ ਮੇਨ ਕਾਰਨ ਹੈ ਜ਼ਿਆਦਾ ਜਿਹੜੇ ਐਲਕੋਹਲ ਲੈਂਦੇ ਨੇ ਉਹ ਫਿਰ ਰੋਟੀ ਘੱਟ ਖਾਂਦੇ ਨੇ, ਸੋ ਉਹਦੇ ਨਾਲ ਕੀ ਹੁੰਦਾ, ਮਾਲ ਨਿਊਟ੍ਰੀਸ਼ਨ, ਪ੍ਰੋਪਰ ਜਿਹੜੇ ਅਸਲੀ ਰੋਟੀ ਤੋਂ ਅੰਦਰ ਆਪਣੇ ਜਾਣੇ ਨੇ ਨਿਊਟ੍ਰੀਐਂਟਸ ਉਹ ਨਹੀਂ ਜਾਂਦੇ। What are the reasons for prevalent malnutrition in India? ਹੁਣ ਜੇ ਆਪਾਂ ਇਕੱਲੇ ਇੰਡੀਆ ਦੀ ਗੱਲ ਕਰੀਏ particularly ਤਾਂ ਕਿਹੜੇ ਮੇਨ ਕਾਰਨ ਨੇ malnutrition ਦੇ? ਸਭ ਤੋਂ ਪਹਿਲਾਂ monoculture agriculture practices. So while food grain production has increased over 5 times since independence, it has not sufficiently addressed the issue of malnutrition. India ਦੇ ਵਿੱਚ ਚਾਹੇ agriculture sector, food grain ਬਹੁਤ ਜ਼ਿਆਦਾ ਵੱਧ ਰਹੇ ਨੇ, ਪਰ ਮੇਨ ਪ੍ਰੋਬਲਮ ਕੀ ਹੈ ਇੰਡੀਆ ਦੇ ਵਿੱਚ, ਜਿਹੜੀ ਤਾਂ ਡਿਸਟ੍ਰੀਬਿਊਸ਼ਨ ਹੈ ਉਹ ਸਹੀ ਤਰੀਕੇ ਨਾਲ ਨਹੀਂ ਹੁੰਦੀ, ਨਾਲ ਹੀ ਜਿਹੜਾ ਕੁਆਲਿਟੀ ਹੈ ਲੈਂਡ ਦੀ, ਵਾਟਰ ਦੀ, ਫੂਡ ਦੀ, ਉਹ ਕਿਤੇ ਨਾ ਕਿਤੇ ਡੀਗ੍ਰੇਡ ਹੁੰਦੀ ਜਾ ਰਹੀ ਹੈ। ਫੂਡ ਗ੍ਰੇਨਸ ਨੇ ਪਰ ਜਿਹੜੇ ਲੋਕਾਂ ਤੱਕ ਪਹੁੰਚਦੇ ਨੇ ਉਹ ਪ੍ਰੋਪਰ ਨਿਊਟ੍ਰੀਸ਼ਨ ਵਾਲੇ ਨਹੀਂ ਹੁੰਦੇ, ਸੋ ਇਹ ਮੇਨ ਕਾਰਨ ਹੈ। Also this led to lower production and consumption of indigenous traditional crop grain, fruit, other vegetable, impacting food and nutrition security. ਸੋ ਇੰਡੀਆ ਦੇ ਵਿੱਚ ਕੀ ਹੈ, ਜਿਹੜਾ ਐਗਰੀਕਲਚਰ ਸੈਕਟਰ ਹੈ ਬਹੁਤ ਲੰਬੇ ਸਮੇਂ ਤੋਂ ਸਿਰਫ ਔਰ ਸਿਰਫ ਵੀਟ ਤੇ ਰਾਈਸ ਇਹ ਦੋ ਚੀਜ਼ਾਂ ਉੱਤੇ ਫੋਕਸ ਕਰ ਰਿਹਾ ਹੈ। ਸੋ ਬਾਕੀ ਫਰੂਟਸ ਨੂੰ ਕਿਵੇਂ ਆਪਾਂ ਨੇ ਵਧਾਉਣਾ ਜ਼ਿਆਦਾ ਕੁਆਲਿਟੀ, ਇੰਡੀਆ ਦੇ ਵਿੱਚ ਡੋਮੈਸਟਿਕਲੀ ਘੱਟ ਵਰਤੋਂ ਹੋ ਰਹੀ ਹੈ ਵਧੀਆ ਨਿਊਟ੍ਰੀਸ਼ੀਅਸ ਚੀਜ਼ਾਂ ਦੀ, ਐਕਸਪੋਰਟ ਜ਼ਿਆਦਾ ਕਰ ਰਹੇ ਨੇ। ਸੋ ਜੋ ਵੀ ਵਧੀਆ ਕੁਆਲਿਟੀ ਦੇ ਫੂਡ ਆਈਟਮਸ ਹੁੰਦੀਆਂ ਨੇ, ਚਾਹੇ ਕੋਈ ਆਪਣੇ ਕੋਲ ਵੈਜੀਟੇਬਲਸ ਨੇ, ਪਲਾਂਟਸ ਨੇ, ਉਹ ਸਾਰੀਆਂ ਐਕਸਪੋਰਟ ਕਰ ਦਿੰਦੀ ਹੈ ਇੰਡੀਆ ਦੀ ਗਵਰਨਮੈਂਟ। ਇੰਡੀਆ ਦੇ ਵਿੱਚ ਲੋਕਾਂ ਲਈ ਬਿਲਕੁਲ ਹੀ ਜਿਹੜੀ ਐਂਡ ਤੇ ਬਚ ਜਾਂਦਾ ਹੈ ਬਿਨਾਂ ਕਿਸੇ ਨਿਊਟ੍ਰੀਸ਼ਨ ਤੋਂ ਫੂਡ ਗ੍ਰੇਨਸ ਉਹ ਮਿਲਦੇ ਨੇ। ਸੋ ਇਹ ਬੇਸਿਕਲੀ ਜਿਹੜੀ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ, ਇਹ ਜਿਹੜੇ ਲੋਕ ਰਾਸ਼ਨ ਸ਼ਾਪਸ ਦੇ ਥਰੂ ਲੈਂਦੇ ਨੇ ਵੀਟ ਜਾਂ ਰਾਈਸ, ਪਲਸਿਸ, ਸੋ ਉਹਨਾਂ ਨੂੰ ਫੇਸ ਕਰਨੀ ਪੈਂਦੀ ਹੈ ਪੂਅਰ ਸਟ੍ਰੇਟਾ ਆਫ ਪੀਪਲ। Next is changing food pattern. Food consumption pattern have changed substantially in India over the past few decades, which has resulted in disappearance of many nutritious local food. So ਜਿਵੇਂ ਪਹਿਲਾਂ ਮਿਲਟਸ ਵਗੈਰਾ ਬਹੁਤ ਜ਼ਿਆਦਾ ਕਾਮਨ ਸੀ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਹੁੰਦੀ ਸੀ, ਲੋਕ ਜ਼ਿਆਦਾ ਪ੍ਰੈਫਰ ਕਰਦੇ ਸੀ, ਜਿਵੇਂ ਬਾਜਰੇ ਵਗੈਰਾ ਦੀ ਵੀ ਰੋਟੀ ਬਹੁਤ ਪ੍ਰੈਫਰ ਕਰਦੇ ਸੀ। ਸੋ ਹੁਣ ਕਿਤੇ ਨਾ ਕਿਤੇ ਇਹ ਚੀਜ਼ਾਂ ਬਿਲਕੁਲ ਖਤਮ ਹੁੰਦੀਆਂ ਜਾ ਰਹੀਆਂ ਨੇ। ਨੈਕਸਟ ਇਜ਼ ਪੋਵਰਟੀ, ਸੋ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਮੇਨ ਕਾਰਨ, ਤੇ ਇਹਦੇ ਨਾਲ ਹੀ ਰਿਲੇਟਡ ਹੈ ਲੈਕ ਆਫ ਸੈਨੀਟੇਸ਼ਨ, ਕਲੀਨ ਡਰਿੰਕਿੰਗ ਵਾਟਰ, ਮਾਈਗ੍ਰੇਸ਼ਨ, ਤੇ ਮਾਈਗ੍ਰੇਸ਼ਨ ਸਪੈਸ਼ਲੀ ਟਾਰਗੇਟ ਕਰਦੀ ਹੈ ਲੇਬਰ ਕਲਾਸ ਨੂੰ, ਤੇ ਉਹਦੇ ਵਿੱਚ ਵੀ ਚਿਲਡਰਨ ਤੇ ਵਿਮਨ ਨੂੰ। ਨੈਕਸਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਇੱਕ ਸਪੈਸ਼ਲੀ ਫੋਕਸ ਕਰਨ ਵਾਲਾ ਪੁਆਇੰਟ ਹੈ, ਰੀਜ਼ਨ ਹੈ ਇੰਡੀਆ ਦੇ ਵਿੱਚ ਜੈਂਡਰ ਇਨਜਸਟਿਸ।
ਜਿਹੜਾ ਭੇਦਭਾਵ ਹੈ ਕੁੜੀ ਮੁੰਡੇ ਦੇ ਵਿੱਚ, ਜੈਂਡਰ ਡਿਸਕ੍ਰਿਮੀਨੇਸ਼ਨ ਹੈ, ਉਹ ਮੇਨ ਕਾਰਨ ਬਣਦਾ ਹੈ ਕੁੜੀਆਂ ਦੇ ਵਿੱਚ ਮਾਲ ਨਰਿਸ਼ਮੈਂਟ ਦਾ। ਸੋ ਛੋਟੀ ਉਮਰ ਦੇ ਵਿੱਚ ਜਦੋਂ ਅਡੋਲਸੈਂਟ ਨੇ, ਕਾਫੀ ਬੈਕਵਰਡ ਹਜੇ ਵੀ ਇਹੋ ਜਿਹੀ ਜਗ੍ਹਾ ਨੇ ਜਿੱਥੇ ਕੁੜੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ। ਸੋ ਜਦੋਂ ਉਹਨਾਂ ਨੂੰ ਮਾਲ ਨਰਿਸ਼ਡ ਐਡੋਲਸੈਂਟ ਦਾ ਵਿਆਹ ਕਰ ਦਿੰਦੇ ਨੇ ਤਾਂ ਅਰਲੀ ਪ੍ਰੈਗਨੈਂਸੀਜ਼ ਹੁੰਦੀਆਂ ਨੇ। ਸੋ ਜਿਹੜੇ ਮਾਲ ਨਰਿਸ਼ਡ ਗਰਲ ਤੋਂ ਇੱਕ ਬੱਚਾ ਜਨਮ ਲੈਂਦਾ ਹੈ, ਉਹਦੀ ਵੀ ਜਿਹੜੀ ਹੈਲਥ ਹੁੰਦੀ ਹੈ ਉਹ ਬਹੁਤ ਹੀ ਜ਼ਿਆਦਾ ਵੀਕ ਹੁੰਦੀ ਹੈ, ਉਹ ਵੀ ਮਾਲ ਨਰਿਸ਼ਡ ਹੁੰਦਾ ਹੈ। ਸੋ ਜਿਹੜਾ ਸਾਈਕਲ ਹੈ ਮਾਲ ਨਰਿਸ਼ਮੈਂਟ ਦਾ, ਜਿਹੜੇ ਇਹ ਗਰੀਬ ਨੇ, ਕੁਝ ਪ੍ਰੋਪਰ ਫੈਮਲੀਜ਼ ਨੇ, ਇਹ ਉਹਦੇ ਉਸ ਦਲਦਲ ਵਿੱਚੋਂ ਮਾਲ ਨਰਿਸ਼ਮੈਂਟ ਦੀ ਨਿਕਲ ਨਹੀਂ ਪਾਉਂਦੇ। ਸੋ ਇਹ ਸਾਈਕਲ ਇਸੇ ਤਰ੍ਹਾਂ ਘੁੰਮਦਾ ਰਹਿੰਦਾ ਕਿ ਮਦਰ ਬਹੁਤ ਵੀਕ ਹੈ, ਫਿਰ ਉਹਦਾ ਅੱਗੇ ਬੱਚਾ, ਫਿਰ ਜਦੋਂ ਬੱਚਾ ਉਹ ਥੋੜਾ ਵੱਡਾ ਹੁੰਦਾ ਉਹਦਾ ਜਲਦੀ ਵਿਆਹ ਕਰ ਦਿੰਦੇ ਨੇ। ਸੋ ਇਹ ਚੀਜ਼ ਆਪਾਂ ਨੂੰ ਮੇਜਰਲੀ ਬੈਕਵਰਡ ਪੂਅਰ ਜਿਹੜੇ ਫੈਮਲੀਜ਼ ਨੇ ਉਹਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। Next, lacunae at policy level, lacks implementation. Providing nutritious food to country's children is more a matter of political will and effective policy implementation at grassroots level. ਸੋ ਜਿੰਨੀਆਂ ਵੀ ਕਹਿੰਦੇ ਪਾਲਿਸੀਆਂ ਬਣਦੀਆਂ ਨੇ, ਜਿਵੇਂ ਮੈਂ ਤੁਹਾਨੂੰ ਰਾਸ਼ਨ ਸ਼ਾਪਸ ਦੀ ਵੀ ਦੱਸੀ ਕਿ ਹਰ ਜਗ੍ਹਾ ਦੇ ਉੱਤੇ ਇਹ ਨਹੀਂ ਹੈ ਕਿ ਬਿਲਕੁਲ ਟਰਾਂਸਪੇਰੈਂਸੀ ਨਾਲ ਕੰਮ ਹੋ ਰਿਹਾ ਹੈ। ਜਿਹੜੇ ਉੱਪਰ ਲੋਕ ਬੈਠੇ ਨੇ ਪ੍ਰੋਪਰ ਆਫਿਸਰ ਰੈਂਕ ਤੇ, ਉਹ ਇੰਨੇ ਜ਼ਿਆਦਾ ਕਰਪਟ ਹੋ ਚੁੱਕੇ ਨੇ ਕਿ ਜਦੋਂ ਅਸਲੀ ਗਰਾਊਂਡ ਰੂਟ ਲੈਵਲ ਤੇ ਗਰੀਬਾਂ ਦੇ ਕੋਲ ਕੋਈ ਡਾਈਟ ਪਹੁੰਚਣੀ ਹੈ ਤਾਂ ਉਹ ਤਾਂ ਬਿਲਕੁਲ ਹੀ ਜਿਹੜੀ ਪੂਅਰ ਲੋ ਕੁਆਲਿਟੀ ਦੀ ਆ ਉਹ ਪਹੁੰਚਦੀ ਹੈ ਤੇ ਕੁਆਂਟੀਟੀ ਵੀ ਘੱਟ ਹੁੰਦੀ ਹੈ ਜਿੰਨੀ ਉਹਨਾਂ ਨੂੰ ਮਿਲਣੀ ਹੈ। For example, acute encephalitis syndrome outbreak in Bihar marked the failure of ICDS in the state. So ਜਿਹੜੀ ਇਹ ਸਕੀਮ ਸੀ, ਇਹ ਸਕੀਮ ਦੀ ਇੱਕ ਇੰਨੀ ਵੱਡੀ ਫੇਲਿਅਰ ਦਾ ਇੱਕ ਰਿਜ਼ਲਟ ਆਇਆ ਸੀ, ਜਿਹੜਾ ਬਿਹਾਰ ਦੇ ਵਿੱਚ ਇਹ ਇੱਕ ਬਹੁਤ ਹੀ ਜ਼ਿਆਦਾ ਭਿਆਨਕ ਬਿਮਾਰੀ ਫੈਲੀ ਸੀ, AES। ਸੋ ਨੈਕਸਟ ਹੁਣ ਆਪਾਂ ਸਭ ਤੋਂ ਇੰਪੋਰਟੈਂਟ ਚੀਜ਼ ਉੱਤੇ ਫੋਕਸ ਕਰਾਂਗੇ ਵੀ ਇੰਡੀਆ ਦੇ ਵਿੱਚ ਕਿਹੜੀਆਂ ਇੰਪੋਰਟੈਂਟ ਸਕੀਮਸ ਚਲਾਈਆਂ ਗਈਆਂ ਨੇ ਮਾਲ ਨਿਊਟ੍ਰੀਸ਼ਨ ਦੀ ਪ੍ਰੋਬਲਮ ਨੂੰ ਹੈਂਡਲ ਕਰਨ ਲਈ, ਟੈਕਲ ਕਰਨ ਲਈ। ਸਭ ਤੋਂ ਪਹਿਲੀ ਹੈ ਇੰਟੀਗ੍ਰੇਟਿਡ ਚਾਈਲਡ ਡਿਵੈਲਪਮੈਂਟ ਸਰਵਿਸ ਸਕੀਮ। ਸੋ ਜਿਹੜੀ ਇਹ ਸਕੀਮ ਹੈ ਬੇਸਿਕਲੀ ਇਹ ਟਾਰਗੇਟ ਕਰਦੀ ਹੈ ਵਲਨਰੇਬਲ ਪੂਅਰ ਗਰੁੱਪਸ ਨੂੰ, ਇਨਕਲੂਡਿੰਗ ਚਿਲਡਰਨ ਬਿਲੋ 6 years ਤੇ women. It is being implemented by Ministry of Women and Child Development ਤੇ ਇਹਦੇ ਅੰਦਰ ਕੀ ਦਿੱਤਾ ਜਾਂਦਾ ਹੈ, 6 ਸਰਵਿਸਿਜ਼ ਨੇ, ਸਪਲੀਮੈਂਟਰੀ ਨਿਊਟ੍ਰੀਸ਼ਨ, ਪ੍ਰੀ ਸਕੂਲ ਨਾਨ ਫਾਰਮਲ ਐਜੂਕੇਸ਼ਨ ਜਿਹਨੂੰ ਆਪਾਂ ਆਂਗਨਵਾੜੀ ਸਿਸਟਮ ਕਹਿੰਦੇ ਆ, ਨਿਊਟ੍ਰੀਸ਼ਨ ਐਂਡ ਹੈਲਥ ਐਜੂਕੇਸ਼ਨ, ਇਮਿਊਨਾਈਜੇਸ਼ਨ, ਹੈਲਥ ਚੈੱਕਅਪ, ਰੈਫਰਲ ਸਰਵਿਸ। ਸੋ ਇਹ ਸਕੀਮ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਪੂਰੇ ਚਾਈਲਡ ਕੇਅਰ ਐਂਡ ਡਿਵੈਲਪਮੈਂਟ ਟੌਪਿਕ ਦੀ। ਨੈਕਸਟ NHM ਨੈਸ਼ਨਲ ਹੈਲਥ ਮਿਸ਼ਨ। ਸੋ ਇਹਨੂੰ ਲਾਂਚ ਕੀਤਾ ਸੀ ਭਾਰਤ ਸਰਕਾਰ ਨੇ 2013 ਵਿੱਚ ਤੇ ਸਬਜ਼ੂਮ ਕੀਤਾ ਇਹਦੇ ਅੰਦਰ NRHM ਤੇ NUHM ਨੂੰ, ਤੇ ਇਹਨੂੰ ਇੰਪਲੀਮੈਂਟ ਕੌਣ ਕਰਦੀ ਹੈ, ਵੈਰੀ ਇੰਪੋਰਟੈਂਟ। ਸੋ ਜਿੰਨੀਆਂ ਵੀ ਮਿਨਿਸਟਰੀਜ਼ ਨੇ ਸਕੀਮਸ ਦੀਆਂ ਇਹ ਤੁਸੀਂ ਅਲੱਗ ਤੋਂ ਯਾਦ ਕਰਕੇ ਜਾਣੀਆਂ ਨੇ। ਸੋ ਇਸ ਸਕੀਮ ਨੂੰ ਇੰਪਲੀਮੈਂਟ ਕਰਦੀ ਹੈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ। ਨੈਕਸਟ ਇਜ਼ ਮਿਡ ਡੇ ਮੀਲ ਸਕੀਮ, ਲਾਂਚ ਕੀਤੀ ਗਈ 1995 ਵਿੱਚ, ਇੱਕ ਸੈਂਟਰਲੀ ਸਪਾਂਸਰਡ ਸਕੀਮ ਹੈ। It provides that every child within the age group of 6 to 14 year studying classes 1 to 8 who enroll and attend the school shall be provided with a hot cooked meal. So ਹੁਣ ਇਹਦੇ ਵਿੱਚ ਕਾਫੀ amendments ਕਰਕੇ ਜਿਹੜੀ classes ਨੇ ਇਹਨਾਂ ਨੂੰ up ਕਰਤਾ। then ਜਿਹੜੀ ਮਿਡ ਡੇ ਮੀਲ ਸਕੀਮ ਹੈ ਇਹ ਆਉਂਦੀ ਹੈ ਆਪਣੀ ਐਜੂਕੇਸ਼ਨ ਮਿਨਿਸਟਰੀ ਦੇ ਅੰਦਰ। ਇੰਦਰਾ ਗਾਂਧੀ ਮੈਤ੍ਰਿਤਵ ਸਹਿਯੋਗ ਯੋਜਨਾ। ਸੋ ਜਿਹੜੀ ਇਹ ਸਕੀਮ ਹੈ ਇਹਦੇ ਅੰਦਰ ਬੇਸਿਕਲੀ ਕੈਸ਼ ਇਨਸੈਂਟਿਵ ਦਿੱਤੇ ਜਾਂਦੇ ਨੇ ਫॉर improved health and nutrition to pregnant and lactating mother. Then National Nutritional Policy 1993 NNP. ਸੋ ਇਹ ਆਉਂਦੀ ਅੰਦਰ Ministry of Women and Child Development ਤੇ ਇਹਦਾ ਮੇਨ ਟਾਰਗੇਟ ਹੈ ਕਿ ਡਾਇਰੈਕਟਲੀ ਮਾਲ ਨਿਊਟ੍ਰੀਸ਼ਨਲ ਨੂੰ ਇਰੈਡੀਕੇਟ ਕਰਨਾ, ਮਾਲ ਨਿਊਟ੍ਰੀਸ਼ਨ ਨੂੰ ਖਤਮ ਕਰਨਾ ਤੇ ਹਰ ਕਿਸੇ ਦੇ ਲਈ proper optimum 100% nutrition provide ਕਰਨੀ। Next, National Nutrition Mission, very important। ਸੋ ਇੱਕ ਕਰੰਟ ਅਫੇਅਰ ਦਾ ਵੀ ਬਹੁਤ ਇੰਪੋਰਟੈਂਟ ਪਾਰਟ ਹੈ ਜਿਹਨੂੰ ਆਪਾਂ ਪੋਸ਼ਣ ਅਭਿਆਨ ਕਹਿੰਦੇ ਆ, ਬਾਰ-ਬਾਰ ਆਪਾਂ ਨਿਊਜ਼ ਵਿੱਚ ਸੁਣਦੇ ਰਹਿੰਦੇ ਆ। ਸੋ ਇਹਦਾ ਤਾਂ ਮੇਨ ਏਮ ਆਬਜੈਕਟਿਵ ਹੀ ਇਹ ਹੈ ਕਿ ਇੰਡੀਆ ਨੂੰ 2022 ਤੱਕ ਮਾਲ ਨਿਊਟ੍ਰੀਸ਼ਨ ਫ੍ਰੀ ਕਰਨਾ। ਸੋ ਜਿਹੜਾ ਇਹ ਟਾਰਗੇਟ ਈਅਰ ਹੈ ਐਗਜ਼ਾਮ ਦੇ ਲਈ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਤੁਸੀਂ ਡਾਇਰੈਕਟਲੀ ਕੁਐਸਚਨ ਐਕਸਪੈਕਟ ਕਰ ਸਕਦੇ ਹੋ ਵੀ ਪੋਸ਼ਣ ਅਭਿਆਨ ਦੇ ਅੰਦਰ ਇੰਡੀਆ ਨੂੰ ਕਿਹੜੇ ਸਾਲ ਤੱਕ ਮਾਲ ਨਿਊਟ੍ਰੀਸ਼ਨ ਫ੍ਰੀ ਕਰਨ ਦੀ ਗੱਲ ਕੀਤੀ ਹੈ। ਸੋ
ਹੁਣ ਆਪਣੇ ਸੁਜੈਸ਼ਨ ਕੀ ਨੇ? ਸੋ ਸੁਜੈਸ਼ਨ ਹੈ ਪਹਿਲੀ ਚੀਜ਼ ਤਾਂ ਕਿ ਜਿਹੜੀਆਂ ਪੰਚਾਇਤਸ ਨੇ ਉਹਨਾਂ ਨੂੰ ਜ਼ਿਆਦਾ ਕੰਟਰੋਲ ਦੇਣਾ ਚਾਹੀਦਾ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਮੇਜਰਲੀ ਜਿਹੜੀ ਇਹ ਪ੍ਰੋਬਲਮ ਹੈ ਇਹ ਰੂਰਲ ਲੈਵਲ ਦੇ ਉੱਤੇ ਫੇਸ ਕਰਨੀ ਪੈਂਦੀ ਹੈ, ਤੇ ਜਿਹੜੇ ਆਂਗਨਵਾੜੀ ਸਿਸਟਮ ਹੈ ਉਹ ਵੀ ਜ਼ਿਆਦਾ ਸਾਰਾ ਰੂਰਲ ਏਰੀਆਜ਼ ਦੇ ਵਿੱਚ ਹੀ ਹੈ। ਸੋ ਜਿਹੜੀ ਪੰਚਾਇਤ ਹੈ ਇੱਕ ਬਹੁਤ ਵਧੀਆ ਇੰਪਲੀਮੈਂਟਿੰਗ ਅਥਾਰਟੀ ਬਣ ਸਕਦੀ ਹੈ ਜਿੰਨੀਆਂ ਵੀ ਵੈਲਫੇਅਰ ਸਕੀਮਸ ਨੇ। ਨੈਕਸਟ, ਡਾਇਵਰਸੀਫਿਕੇਸ਼ਨ। ਜਿਹੜਾ ਪੀਡੀਐਸ ਸਿਸਟਮ ਹੈ ਉਹਦੇ ਅੰਦਰ ਆਪਾਂ ਨੂੰ ਪਤਾ ਹੈ ਕਿ ਆਟਾ, ਦਾਲ, ਚਾਵਲ, ਸੋ ਉਹਦੇ ਅੰਦਰ ਉਹਦਾ ਜਿਹੜਾ ਏਰੀਆ ਉਹਨੂੰ ਐਕਸਪੈਂਡ ਕਰਕੇ ਮਿਲਟਸ ਵਗੈਰਾ ਵੀ ਇਨਕਲੂਡ ਕਰਨੇ ਚਾਹੀਦੇ ਨੇ। ਸਟਰੈਂਥਨ ਮਨਰੇਗਾ ਟੂ ਇਨਸ਼ੋਰ ਬੈਟਰ ਫੂਡ ਸਿਕਿਉਰਿਟੀ। ਸੋ ਜਿਹੜੀ ਇਹ ਸਕੀਮ ਹੈ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲੋਇਮੈਂਟ ਗਰੰਟੀ ਐਕਟ, ਇਹ ਵੀ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰ ਸਕਦੀ ਹੈ ਰੂਰਲ ਏਰੀਆਜ਼ ਦੇ ਵਿੱਚ ਜਿਹੜੇ ਵੀ ਡਰਾਊਟਸ ਵਗੈਰਾ ਨੇ ਉਹਨਾਂ ਤੋਂ ਬਾਹਰ ਨਿਕਲਣ ਲਈ। ਸੋ ਇਹ ਸੀ ਕੁਝ ਇੰਪੋਰਟੈਂਟ ਸੁਜੈਸ਼ਨ। ਸੋ ਇਸ ਪੂਰੇ ਲੈਕਚਰ ਦੇ ਵਿੱਚੋਂ ਸਭ ਤੋਂ ਜ਼ਿਆਦਾ ਤੁਸੀਂ ਮੇਨ ਫੋਕਸ ਦੇਣਾ ਹੈ ਇੱਕ ਤਾਂ ਡੈਫੀਸ਼ੀਐਂਸੀਜ਼ ਦਾ ਜਿਹੜਾ ਚਾਰਟ ਹੈ ਉਹਦੇ ਉੱਤੇ, and secondly on these government schemes. So this was all about. I hope you like the content. Please do subscribe to my channel. Thank you and good luck.